Good morning everybody. Welcome to the official channel of Erudition Studies. ਅੱਜ ਦੇ ਇਸ ਪਾਰਟਿਕੂਲਰ ਸੈਸ਼ਨ ਦੇ ਵਿੱਚ ਅਸੀਂ ਡੇਲੀ ਕਰੰਟ ਅਫੇਅਰ ਦੇ ਵਿੱਚ 25th ਆਫ ਦਸੰਬਰ ਦੇ ਕਰੰਟ ਅਫੇਅਰਸ ਨੂੰ ਕਵਰ ਕਰਨਾ ਆ ਓਕੇ। ਅਗਰ ਤੁਸੀਂ ਪੰਜਾਬ ਦੇ ਵਿੱਚ ਆਉਣ ਵਾਲਾ ਪੀਪੀਐਸਸੀ ਦਾ ਪ੍ਰਿੰਸੀਪਲ ਦਾ ਐਗਜ਼ਾਮ ਜਾਂ ਐਸਆਈ ਦਾ ਐਗਜ਼ਾਮ ਦੇਣ ਵਾਲੇ ਹੋ ਜਾਂ ਫਿਰ ਤੁਹਾਡਾ ਟਾਰਗੇਟ ਪੀਸੀਐਸ ਐਗਜ਼ਾਮ ਹੈ 2022-23 ਰਾਈਟ, ਤਾਂ ਇਹ ਵਾਲੇ ਸੈਸ਼ਨਸ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਰਹਿੰਦੇ ਆ ਬਿਕਾਜ਼ ਅਗਰ ਤੁਸੀਂ ਪਿੱਛੇ ਵਾਲੇ ਜੋ ਈਅਰਸ ਦੇ ਕੁਐਸਚਨਸ ਦੇਖੇ ਹੋਣਗੇ ਤਾਂ ਤੁਹਾਨੂੰ ਪਤਾ ਚੱਲ ਹੀ ਚੁੱਕਿਆ ਹੋਣਾ ਕਿ ਪੀਸੀਐਸ ਐਂਡ ਪੀਪੀਐਸਸੀ ਜੋ ਹੈ ਇਹ ਸਭ ਤੋਂ ਜ਼ਿਆਦਾ ਕਰੰਟ ਅਫੇਅਰਸ ਨੂੰ ਵੇਟੇਜ ਦਿੰਦੀ ਹੈ ਰਾਈਟ। ਲਾਸਟ ਈਅਰ ਜੋ ਪੀਪੀਐਸਸੀ ਨੇ ਪ੍ਰਿੰਸੀਪਲ ਦਾ ਐਗਜ਼ਾਮ ਕੰਡਕਟ ਕੀਤਾ ਸੀ ਨਾ, ਉਸ ਦੇ ਵਿੱਚ 20+ ਕੁਐਸਚਨ ਸਿਰਫ ਕਰੰਟ ਅਫੇਅਰਸ ਤੋਂ ਆਏ ਸੀ ਰਾਈਟ। ਇਸ ਲਈ ਇਹ ਵਾਲੇ ਜੋ ਤੁਹਾਡੇ ਲਈ ਸੈਸ਼ਨਸ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿੰਦੇ ਹੈ, ਇਸ ਲਈ ਤੁਸੀਂ ਇਹਨਾਂ ਨੂੰ ਬਿਲਕੁਲ ਵੀ ਮਿਸ ਨਾ ਕਰਿਆ ਕਰੋ। ਤੇ ਅਸੀਂ ਸਿਰਫ MCQ ਹੀ ਨਹੀਂ ਕਰਦੇ, ਇਸ ਦੇ ਨਾਲ ਨਾਲ ਅਸੀਂ ਹੋਰ ਕੀ ਕਰਦੇ ਹਾਂ, ਜਿੰਨੇ ਵੀ ਤੁਹਾਨੂੰ ਐਕਸਟਰਾ ਫੈਕਟਸ ਦੇਖਣ ਨੂੰ ਮਿਲਦੇ ਆ ਉਹਨਾਂ ਨੂੰ ਵੀ ਫੋਲੋ ਕੀਤਾ ਜਾਂਦਾ ਹੈ ਰਾਈਟ, ਤਾਂ ਕਿ ਐਗਜ਼ਾਮੀਨਰ ਅਗਰ ਤੁਹਾਡੇ ਕੋਲੋਂ ਉਲਟਾ ਪੁਲਟਾ ਕਰਕੇ ਵੀ ਕੁਐਸਚਨ ਪੁੱਛ ਲਏ ਤਾਂ ਵੀ ਤੁਸੀਂ ਉਹਦਾ ਆਨਸਰ ਕਰ ਪਾਓ ਠੀਕ ਹੈ। ਇੱਕ ਹੋਰ ਚੀਜ਼, ਐਰੂਡੀਸ਼ਨ ਸਟੱਡੀਜ਼ ਦਾ ਹਿੰਦੀ ਚੈਨਲ ਸਟਾਰਟ ਹੋ ਚੁੱਕਿਆ ਆ ਡੇਲੀ ਕਰੰਟ ਅਫੇਅਰਸ ਸਟੱਡੀ ਪੁਆਇੰਟ ਦੇ ਨਾਮ ਤੋਂ ਠੀਕ ਹੈ। ਤਾਂ ਤੁਸੀਂ ਅਗਰ ਹਿੰਦੀ ਦੇ ਵਿੱਚ ਇਹ ਵਾਲਾ ਕੰਟੈਂਟ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਚੈੱਕ ਆਊਟ ਕਰ ਸਕਦੇ ਹੋ ਇਸ ਚੈਨਲ ਨੂੰ ਓਕੇ। ਸਟਾਰਟ ਕਰਦੇ ਹਾਂ ਫਿਰ ਅੱਜ ਦੇ ਫਸਟ ਕੁਐਸਚਨ ਤੋਂ। ਯੈਸ, ਪਹਿਲਾ ਕੁਐਸਚਨ ਹੈ ਇੰਡੀਆ ਦਾ ਤੁਸੀਂ ਰੈਂਕ ਦੱਸਣਾ ਆ ਪੂਰੇ ਵਰਲਡ ਦੇ ਵਿੱਚ ਯੂਨੀਕੋਰਨਸ ਨੂੰ ਹੋਸਟ ਕਰਨ ਦੇ ਵਿੱਚ ਠੀਕ ਹੈ। ਤਾਂ ਇੰਡੀਆ ਦਾ ਰੈਂਕ ਐਟ ਪ੍ਰੈਜ਼ੈਂਟ ਰਹੇਗਾ ਜੀ 3rd ਓਕੇ। ਇਹ ਵਾਲੀ ਜੋ ਰਿਪੋਰਟ ਹੈ ਇਹ ਕਿਹਨੇ ਵੱਲੋਂ ਆਈ ਹੈ, ਤਾਂ ਇਹ ਰਿਪੋਰਟ ਦਿੱਤੀ ਗਈ ਹੈ ਹਿਊਰਨ ਰਿਸਰਚ ਇੰਸਟੀਚਿਊਟ ਵੱਲੋਂ ਓਕੇ। ਐਂਡ ਇਹਦੇ ਅਕੋਰਡਿੰਗ ਇਹਨਾਂ ਨੇ ਬੋਲਿਆ ਕਿ ਇੰਡੀਆ ਨੇ ਇੱਕ ਸਿੰਗਲ ਈਅਰ ਦੇ ਵਿੱਚ 33 ਯੂਨੀਕੋਰਨਸ ਨੂੰ ਐਡ ਕੀਤਾ ਆ। ਇਸ ਦੇ ਨਾਲ ਹੀ ਫਿਰ ਇੰਡੀਆ ਨੇ ਹੁਣ ਕਿਸ ਨੂੰ ਪਿੱਛੇ ਕਰ ਦਿੱਤਾ ਆ, ਯੂਨਾਈਟਿਡ ਕਿੰਗਡਮ ਨੂੰ ਪਿੱਛੇ ਛੋੜ ਦਿੱਤਾ ਠੀਕ ਹੈ। ਤੇ ਯੂਨੀਕੋਰਨ ਦੀਆਂ ਅਗਰ ਆਪਾਂ ਹੋਮ ਕੰਟਰੀਜ਼ ਦੀ ਗੱਲ ਕਰਦੇ ਹਾਂ ਤਾਂ ਇੰਡੀਆ ਹੁਣ ਇਹਦੇ ਵਿੱਚ 3rd ਨੰਬਰ ਦੇ ਉੱਪਰ ਆ ਗਿਆ, ਜੋ ਕਿ ਅਗਰ ਅਸੀਂ ਲਾਸਟ ਰੈਂਕ ਦੇਖਦੇ ਹਾਂ ਤਾਂ ਉਸ ਟਾਈਮ ਇੰਡੀਆ ਦਾ ਰੈਂਕ ਸੀਗਾ 4th ਓਕੇ, ਯਾਨੀ ਕਿ ਇੱਕ ਰੈਂਕ ਉੱਪਰ ਆ ਗਿਆ। ਇੱਕ ਯੂਨੀਕੋਰਨ ਦੀ ਅਗਰ ਅਸੀਂ ਵੈਲਿਊ ਦੀ ਗੱਲ ਕਰਦੇ ਹਾਂ ਤਾਂ ਇਟ ਇਜ਼ ਅਬਾਊਟ $1 ਬਿਲੀਅਨ ਓਕੇ। ਐਂਡ ਇਸ ਲਿਸਟ ਦੇ ਵਿੱਚ ਫਿਰ ਸਾਨੂੰ ਫਸਟ ਐਂਡ ਸੈਕਿੰਡ ਨੰਬਰ ਤੇ ਆਉਣ ਵਾਲੀਆਂ ਕੰਟਰੀਜ਼ ਵੀ ਪਤਾ ਹੋਣੀਆਂ ਚਾਹੀਦੀਆਂ। ਪਹਿਲੇ ਨੰਬਰ ਤੇ ਕੰਟਰੀ ਆਈ US ਐਂਡ ਸੈਕਿੰਡ ਤੇ ਰੈਂਕ ਹੈ ਚਾਈਨਾ ਦਾ ਓਕੇ। ਔਰ ਤੁਸੀਂ ਦੇਖੋ ਹੈਰਾਨੀ ਮੰਨੋਗੇ ਕਿ ਪੂਰੇ ਵਰਲਡ ਦੇ ਵਿੱਚ ਜਿੰਨੇ ਵੀ ਯੂਨੀਕੋਰਨ ਪਾਏ ਜਾਂਦੇ ਆ 74% ਉਹਨਾਂ ਦੀ ਪੋਪੂਲੇਸ਼ਨ ਸਿਰਫ ਇਹਨਾਂ 2 ਕੰਟਰੀਜ਼ ਦੇ ਵਿੱਚ ਹੀ ਦੇਖਣ ਨੂੰ ਮਿਲ ਜਾਂਦੀ ਹੈ ਓਕੇ ਰਾਈਟ। ਹੁਣ ਅਸੀਂ ਦੇਖ ਰਹੇ ਹਾਂ ਰੀਸੈਂਟ ਦੇ ਵਿੱਚ ਕੁਝ ਰੈਂਕ ਐਂਡ ਰਿਪੋਰਟਸ ਨੂੰ, ਤਾਂ ਦੇਖੋ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਦੇਖਾਂਗੇ ਵਾਡਾ ਦੀ ਰਿਪੋਰਟ। ਵਾਡਾ ਸਟੈਂਡਸ ਫॉर ਵਰਲਡ ਐਂਟੀ ਡੋਪਿੰਗ ਏਜੰਸੀ ਠੀਕ ਹੈ। ਇਹ ਉਹ ਏਜੰਸੀ ਹੁੰਦੀ ਹੈ ਜਦੋਂ ਵੀ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਪਰ ਗੇਮਸ ਹੁੰਦੀ ਹੈ, ਵੈਦਰ ਕਾਮਨਵੈਲਥ ਗੇਮ, ਵੈਦਰ ਏਸ਼ੀਅਨ ਗੇਮ, ਵੈਦਰ ਓਲੰਪਿਕਸ ਠੀਕ ਹੈ, ਇੱਦਾਂ ਦੀਆਂ ਕੋਈ ਵੀ ਗੇਮਸ ਹੁੰਦੀਆਂ ਤਾਂ ਜਿੰਨੇ ਵੀ ਪਲੇਅਰਸ ਉਸ ਦੇ ਵਿੱਚ ਪਾਰਟਿਸਿਪੇਟ ਕਰਦੇ ਹੈ ਇਹ ਵਾਲੀ ਏਜੰਸੀ ਉਹਨਾਂ ਦਾ ਡੋਪ ਟੈਸਟ ਕਰਦੀ ਹੈ ਰਾਈਟ। ਔਰ ਇਹਦੇ ਵਿੱਚ ਦੇਖਿਆ ਜਾਂਦਾ ਹੈ ਕਿ ਕੋਈ ਵੀ ਪਲੇਅਰ ਡਰੱਗ ਤਾਂ ਨਹੀਂ ਲੈ ਰਿਹਾ ਜਿਸ ਦੇ ਨਾਲ ਉਹਦੀ ਪਰਫਾਰਮੈਂਸ ਅੱਛੀ ਹੋ ਸਕਦੀ ਹੈ ਰਾਈਟ, ਤਾਂ ਉਹਨਾਂ ਦੇ ਉੱਪਰ ਇਹ ਬੈਨ ਲਗਾਉਂਦੀ ਹੈ ਓਕੇ। ਪਰ ਅਗਰ ਤੁਸੀਂ ਨੈਸ਼ਨਲ ਲੈਵਲ ਦੀ ਗੱਲ ਕਰੋਗੇ ਤਾਂ ਇੰਡੀਆ ਲੈਵਲ ਦੇ ਉੱਪਰ ਇਹ ਏਜੰਸੀ ਆ ਜਾਂਦੀ ਹੈ ਨਾਡਾ, ਦੈਟ ਇਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਠੀਕ ਹੈ। ਤੇ ਹੁਣੇ ਵਾਡਾ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ, ਇਸ ਦੇ ਵਿੱਚ ਬੋਲਿਆ ਕਿ ਜੋ ਇੰਡੀਆ ਹੈ ਨਾ ਇਹ ਟੌਪ 3 ਡੋਪ ਵਾਇਲੇਟਰਸ ਕੰਟਰੀਜ਼ ਵਿੱਚੋਂ ਹੈ, ਯਾਨੀ ਕਿ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਗਿਲਟੀ ਪਾਇਆ ਗਿਆ ਠੀਕ ਹੈ ਡੋਪਿੰਗ ਦੇ ਕੇਸਿਸ ਦੇ ਵਿੱਚ, ਜਿੱਥੇ ਦੇ ਪਲੇਅਰ ਸਭ ਤੋਂ ਜ਼ਿਆਦਾ ਇਨਵੋਲਵ ਰਹੇ। 2019 ਦੇ ਇਹਨਾਂ ਨੇ ਗੱਲ ਕੀਤੀ ਹੈ ਕਿ ਇੰਡੀਆ ਦੇ ਜਿਹੜੇ ਐਥਲੀਟਸ ਹੈ ਨਾ ਉਹ 152 ਟਾਈਮ ਗਿਲਟੀ ਰਹੇ ਹੈਗੇ ਆ ਡੋਪਿੰਗ ਰਿਪੋਰਟ ਦੇ ਵਿੱਚ। ਇੱਥੇ ਪਹਿਲੇ ਨੰਬਰ ਦੇ ਉੱਪਰ ਕੰਟਰੀ ਆ ਜਾਏਗੀ ਰਸ਼ੀਆ ਐਂਡ ਸੈਕਿੰਡ ਨੰਬਰ ਦੇ ਉੱਪਰ ਹੈਗਾ ਇਟਲੀ ਠੀਕ ਹੈ। ਔਰ ਰਸ਼ੀਆ ਨੂੰ ਡੋਪ ਟੈਸਟ ਦੇ ਵਿੱਚ ਜੋ ਇਹਨਾਂ ਨੇ ਇਸ ਵਾਰ ਫਾਈਲਸ ਭੇਜੀਆਂ ਨਾ ਓਲੰਪਿਕਸ ਦੇ ਲਈ ਵਾਡਾ ਨੂੰ, ਉਸ ਦੇ ਵਿੱਚ ਇਹਨਾਂ ਨੇ ਕਾਫੀ ਸਾਰੇ ਜਿਹੜੇ ਤੱਥ ਹੈ ਉਹ ਰੋਂਗ ਪੇਸ਼ ਕੀਤੇ ਸੀਗੇ। ਇਸੇ ਕਰਕੇ ਹੀ ਇਸ ਵਾਰ ਟੋਕੀਓ ਓਲੰਪਿਕਸ ਦੇ ਵਿੱਚ ਰਸ਼ੀਆ ਨੂੰ ਬੈਨ ਕੀਤਾ ਗਿਆ ਸੀ, ਇਹਦੇ ਨਾਮ ਦੇ ਉੱਪਰ ਇਹ ਪਾਰਟਿਸਿਪੇਟ ਨਹੀਂ ਕਰ ਪਾਇਆ ਠੀਕ ਹੈ। ਨੈਕਸਟ ਨਿਊਜ਼ ਦੇਖੋ, ਇੰਡੀਆ ਦੇ ਪ੍ਰਾਈਮ ਮਿਨਿਸਟਰ ਮਿਸਟਰ ਨਰਿੰਦਰ ਮੋਦੀ ਨੂੰ 8ਵੇਂ ਰੈਂਕ ਦੇ ਉੱਪਰ ਰੱਖਿਆ ਗਿਆ, ਜਿਸ ਦੇ ਵਿੱਚ ਵਰਲਡ ਦੇ 20 ਮੋਸਟ ਐਡਮਾਇਰਡ ਮੈਨ ਦੀ ਇੱਕ ਲਿਸਟ ਆਈ ਹੈ ਠੀਕ ਹੈ। ਔਰ ਇਸ ਦੇ ਵਿੱਚ ਇੰਡੀਆ ਦੇ ਅਮਿਤਾਭ ਬੱਚਨ, ਸ਼ਾਹਰੁਖ ਖਾਨ ਐਂਡ ਵਿਰਾਟ ਕੋਹਲੀ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਆਲਰਾਈਟ। ਨੈਕਸਟ ਦੇਖੋ, ਇੱਕ ਰਿਪੋਰਟ ਆਈ ਆਤਮ ਨਿਰਭਰ ਭਾਰਤ ਰੋਜ਼ਗਾਰ ਯੋਜਨਾ। ਇਸ ਰਿਪੋਰਟ ਦੇ ਅੰਦਰ ਜੋ ਇੰਪਲੋਇਮੈਂਟ ਜਨਰੇਟ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਰੈਂਕ ਹਾਸਿਲ ਕੀਤਾ ਹੈ ਟੌਪ ਪੋਜੀਸ਼ਨ ਮਹਾਰਾਸ਼ਟਰ ਦੀ ਰਹੀ ਹੈ, ਦੈਨ
ग्लोबल हैल्थ सिक्योरिटी इंडेक्स 2021 ਦੇ ਵਿੱਚ ਇੰਡੀਆ ਦਾ ਰੈਂਕ 66th ਰਿਹਾ। यूपी ने टॉप किया इलैक्ट्रिक वहीकल्स ਨੂੰ रजिस्टर करने ਵਿੱਚ। ठीक है जी, ओके। सैकेंड क्वेश्चन है फर्स्ट इंडियन गर्ल किहड़े बने जिन्हों ने कि जूनियर स्क्वैश चैंपियनशिप का जो खिताब है हासिल किया है। ठीक है, तो इन्हों का नाम है जी अनाहत सिंह। 13 साल के और दिल्ली के रहने वाले जोड़े अनाहत सिंह है, इन्होंने अंडर 15 कैटेगरी के विच जूनीयर यूएस ओपन स्क्वैश टूरनामेंट नूं जित के इतिहास रच दिता है। ये टूरनामेंट जो है ये फिलाडेल्फिया दे विच ऑर्गेनाइज किया गया सीगा और ये पूरे वर्ल्ड का लार्जेस्ट जूनीयर इंडिविजुअल स्क्वैश टूरनामेंट सीगा। ओके, और इस दे विच टोटल 41 कंट्रीज है जिन्होंने पार्टिसिपेट किया एंड अप्रॉक्सीमेटली 850 प्लेयर सीगे। ओके, और 850 दे विचों फर्स्ट रैंक हासिल करना बहुत ज़्यादा मान वाली गल रहेगी, है ना। ओके, हुण असीं इत्थे गल कर रहे हैं स्क्वैश की, राइट। तो जी स्क्वैश फैडरेशन ऑफ इंडिया है ये इंडिया दे विच स्क्वैश गेम के लिए एपिक्स बॉडी है, मतलब नैशनल लैवल के उपर जिन्ने भी स्क्वैश के चैंपियनशिप्स होंदियां उन्होंने ऑर्गेनाइज यही करती है, कोच भी यही डिसाइड करती है। ठीक है, और बाकी अपॉइंटमेंट्स भी। आफ्टर दैट इसे ही एशियन स्क्वैश फैडरेशन बोलिया जाता है। हैडकुआटर तो चेन्नई विच मिलेगा। प्रेसिडेंट है देवेंद्र नाथ सारंगी, सैक्रटरी हो जाएंगे के राजेंद्रन। ओके, एंड कोच का नाम है साइरस पोंचा। ओके, हुण देखते हैं रीसेंट दियां कुछ स्पोर्ट्स न्यूज़ नूं। तां पीवी सिंधु नूं 5 मैंबरी कमेटी दे विच शामिल किया गया बैडमिंटन वर्ल्ड फेडरेशन एथलीट्स कमीशन दे विच। ठीक है, हुण 2025 तक इस पोस्ट के उपर बने रहेंगे। दैन पहले इंडियन जिन्हों ने BWF वर्ल्ड बैडमिंटन चैंपियनशिप दे विच ना सिल्वर मैडल हासिल किया है, कौन बन गए हैं? के श्रीनाथ, डेविड वार्नर एंड हेनरी मैथ्यूज। इन्हों ICC प्लेयर ऑफ द मंथ फॉर नवंबर चुनिया गया और ये हर मंथ अलग अलग होंगे हैं, इसलिए जदों भी तुहाडा एग्जाम होए तो तुसी लेटेस्ट जरूर देख के जाना। ओके, दैन मैक्स वेट्सपेन ने आबू धाबी का जो ग्रैंड प्रिक्स है फॉर्मूला 1 रेस इसनों जित लिया। नॉर्वे के मैग्नस कैल्सन ने फिडे वर्ल्ड चैस चैंपियनशिप नूं जित लिया। थर्ड क्वेश्चन है किने एशियन चैंपियंस ट्रॉफी मेंस हॉकी टूरनामेंट दे विच ना टाइटल नूं हासिल किया है, तो यह कंट्री हो जाएगी साउथ कोरिया। ओके, राइट। तो जो साउथ कोरिया है इसने हराया जापान नूं एंड ये टाइटल अपने नाम कर लिया है। ये टूरनामेंट होया कित्थे सीगा? बांग्लादेश के ढाका दे विच इसनूं ऑर्गेनाइज किया गया सीगा। एंड जेकर असीं इंडिया की पोजीशन की गल करते हैं तो इंडिया ने बीट किया पाकिस्तान नूं 4-3 दे नाल। ओके, एंड इंडिया नूं फिर मैडल किहड़ा हासिल होया? ब्रॉन्ज मैडल। ओके, राइट। इस तो बाद देखो जापान के ਜਿਹੜੇ कैंटा चानाका हैगे है इन्हों बेस्ट प्लेयर ऑफ टूरनामेंट चुनिया गया। ओके, एंड इंडिया के सूरज करकेरा इन्हों बेस्ट गोलकीपर बनाया गया। जेकर असी टूरनामेंट के विच टॉप स्कोरर की गल करते हैं सब तो ज़्यादा गोल लगाने वाले परसन तो यह कोरिया के ही जैंग जोंग यून हो जाएंगे। इन्होंने टोटल 10 गोल हासिल किए और ये पोजीशन अपने नाम की है। ओके, हुण असीं इत्थे गल कर रहे सी मैंस एशियन चैंपियंस ट्रॉफी की, राइट। तो एक एनुअल इवेंट हुंदा आ जिसनूं एशियन हॉकी फैडरेशन वालों जो है करवाया जाता है। 2011 तो लगातार ये करवाया जा रहा है। इट मीन इसनूं फाउंड किया गया 2011 दे विच ही, राइट। इस दे विच पूरे वर्ल्ड दियां टीम नहीं पार्टिसिपेट करदियां, इस दे विच एशिया दियां जो टॉप 6 फील्ड हॉकी टीम्स होंदियां उन्हां दे विच कॉम्पीटिशन हुंदा आ। सब तो ज़्यादा वार टाइटल इंडिया एंड पाकिस्तान ने जितया होया। दोनों नूं ही 3-3 वारे टाइटल मिल चुके हैं। एक फैक्ट याद रखना, इंडिया एंड पाकिस्तान नूं 2018 दे विच इस दे विच जॉइंट विनर अनाउंस किया गया सी। ओके, हुण देख रहे हैं फिर तो टॉप 5 स्पोर्ट्स न्यूज़ नूं। तो इंडिया जो है इसने कॉमनवेल्थ वेट लिफ्टिंग चैंपियनशिप दे विच ना 16 मैडल हासिल किए ने। ओके, दैन मणिपुर ने सीनियर विमेन नैशनल फुटबॉल चैंपियनशिप नूं जित लिया। संकेत महादेव सागर इन्होंने गोल्ड मैडल लिया कॉमनवेल्थ वेट लिफ्टिंग चैंपियनशिप 2021 दे विच। पीवी सिंधु ने सिल्वर मैडल लिया BWF वर्ल्ड टूर 2021 दे विच। रशिया जो है इसने डेविस कप टेनिस टूरनामेंट 2021 जित लिया। अर्जेंटीना ने जर्मनी नूं बीट किया एंड जूनियर हॉकी वर्ल्ड कप नूं जित लिया। ओके, फोर्थ क्वेश्चन है
ਕਿਹਨਾਂ ਨੂੰ ਮਦਰ ਟੈਰੇਸਾ ਮੈਮੋਰੀਅਲ ਅਵਾਰਡ 2021 ਦੇ ਨਾਲ ਸਨਮਾਨਿਤ ਕੀਤਾ ਗਿਆ? ਤਾਂ ਇਹਨਾਂ ਦਾ ਨਾਮ ਹੈ ਜੀ ਡਾਕਟਰ ਅਨਿਲ ਪ੍ਰਕਾਸ਼ ਜੋਸ਼ੀ। ਓਕੇ, ਜਿਹੜੇ ਮਿਸਟਰ ਅਨਿਲ ਹੈਗੇ ਨੇ ਇੱਕ ਇਨਵਾਇਰਨਮੈਂਟਲਿਸਟ ਹੈਗੇ ਆ ਔਰ ਇਹਨਾਂ ਨੂੰ ਪਦਮ ਭੂਸ਼ਣ ਵੀ ਇੰਡੀਅਨ ਗਵਰਨਮੈਂਟ ਦੇ ਵੱਲੋਂ ਦਿੱਤਾ ਜਾ ਚੁੱਕਿਆ। ਇਸ ਵਾਰੀ ਇਹਨਾਂ ਨੂੰ ਮਦਰ ਟੈਰੇਸਾ ਅਵਾਰਡ ਸੋਸ਼ਲ ਜਸਟਿਸ ਦੇ ਲਈ ਦਿੱਤਾ ਗਿਆ। ਠੀਕ ਹੈ, ਇਹਨਾਂ ਨੇ ਕੰਮ ਕੀ ਕੀਤਾ? ਇਹਨਾਂ ਨੇ ਹਿਮਾਲਯਨ ਦਾ ਇਨਵਾਇਰਨਮੈਂਟਲ ਸਟੱਡੀਜ਼ ਕੀਤੀਆਂ ਐਂਡ ਇੱਕ ਨਾ ਇਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਦੈਟ ਇਜ਼ ਹਿਮਾਲਯਨ ਇਨਵਾਇਰਨਮੈਂਟਲ ਸਟੱਡੀਜ਼ ਐਂਡ ਕੰਜ਼ਰਵੇਸ਼ਨ। ਓਕੇ, ਔਰ ਇਸ ਆਰਗੇਨਾਈਜੇਸ਼ਨ ਦੇ ਥਰੂ ਹੀ ਇਹਨਾਂ ਨੇ ਹਿਮਾਲਯਨ ਰੀਜਨ ਦੇ ਕਰੀਬ 1000 ਵਿਲੇजेस ਜੋ ਹੈ ਇਹਨਾਂ ਦੇ ਇਨਵਾਇਰਨਮੈਂਟਲ ਸਸਟੇਨੇਬਿਲਿਟੀ ਦੇ ਲਈ ਇੱਕ ਚੇਂਜ ਮੇਕਰ ਦੀ ਤਰ੍ਹਾਂ ਪਰਫਾਰਮ ਕੀਤਾ। ਇਸੇ ਕਰਕੇ ਇਹਨਾਂ ਨੂੰ ਮਦਰ ਟੈਰੇਸਾ ਮੈਮੋਰੀਅਲ ਅਵਾਰਡ ਦਿੱਤਾ ਗਿਆ। ਓਕੇ, ਆਲ ਰਾਈਟ। ਇਹਨਾਂ ਤੋਂ ਬਿਨਾਂ ਵੀ ਦੋ ਹੋਰ ਪਰਸਨ ਹੈਗੇ ਆ ਜਿਨ੍ਹਾਂ ਨੂੰ ਇਹ ਵਾਲਾ ਅਵਾਰਡ ਮਿਲਿਆ। ਇੱਕ ਹੋ ਜਾਣਗੇ ਵਿਦਯੁਤ ਐਂਡ ਦੂਸਰੇ ਹੈਗੇ ਨੇ ਰਿਧਿਮਾ ਜੀ। ਓਕੇ, ਅਗਰ ਅਸੀਂ ਵਿਦਯੁਤ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹਨਾਂ ਨੂੰ ਕਰੰਟ ਅਫੇਅਰ ਦੇ ਵਿੱਚ ਕਵਰ ਕੀਤਾ ਹੋਇਆ। ਇਹਨਾਂ ਦੀ ਇੱਕ ਆਰਗੇਨਾਈਜੇਸ਼ਨ ਹੈ ਟਕਾਚਾਰ। ਮੈਂ ਤੁਹਾਨੂੰ ਉਦੋਂ ਕਿਹਾ ਸੀ ਕਿ ਤੁਸੀਂ ਆਰਗੇਨਾਈਜੇਸ਼ਨ ਵੀ ਯਾਦ ਰੱਖਣੀ ਹੈ, ਰਾਈਟ। ਓਕੇ, ਇਹਨਾਂ ਦੀ ਲੀਡਰਸ਼ਿਪ ਦੇ ਵਿੱਚ ਟਕਾਚਾਰ ਨੇ 에ਅਰ ਪੋਲਿਊਸ਼ਨ ਨੂੰ ਕੰਬੈਟ ਕਰਨ ਦੇ ਲਈ ਕਾਫੀ ਜ਼ਿਆਦਾ ਐਫਰਟ ਕੀਤੇ, ਰਾਈਟ। ਔਰ ਇਹਨਾਂ ਨੇ ਜੋ ਐਗਰੀਕਲਚਰ ਦਾ ਰੈਜ਼ੀਡਿਊ ਹੁੰਦਾ ਹੈ ਨਾ, ਯਾਨੀ ਕਿ ਖੇਤੀ ਤੋਂ ਬਾਅਦ ਸਾਡੇ ਕੋਲ ਜਿਹੜੀ ਪਰਾਲੀ ਹੁੰਦੀ ਹੈ ਜਿਸ ਨੂੰ ਅਸੀਂ ਅੱਗ ਲਗਾਉਂਦੇ ਹਾਂ, ਠੀਕ ਹੈ, ਉਹਨੂੰ ਇਹਨਾਂ ਨੇ ਟੈਕਲ ਕਰਨ ਦੇ ਲਈ ਜੋ ਹੈ ਆਰਗੇਨਾਈਜ਼ ਕੀਤਾ ਕੁਝ, ਰਾਈਟ। ਇਹਨਾਂ ਨੇ ਇੱਕ ਐਦਾਂ ਦੀ ਡਿਵਾਈਸ ਬਣਾਈ ਹੈ ਜਿਸ ਦੇ ਨਾਲ ਕੀ ਹੋਣ ਵਾਲਾ ਹੈ, ਇਸ ਦੇ ਨਾਲ ਜਿੰਨਾ ਵੀ ਪਰਾਲੀ ਹੋਇਆ ਕਰੇਗੀ ਹੈ ਨਾ ਉਸ ਨੂੰ ਇਹ ਫਿਊਲ ਦੇ ਵਿੱਚ ਕਨਵਰਟ ਕਰ ਸਕਦੇ ਨੇ, ਠੀਕ ਹੈ। ਤਾਂ ਫਿਰ ਆਬਵੀਅਸਲੀ ਉਹਨੂੰ ਅਸੀਂ ਰੀਯੂਜ਼ ਕਰ ਪਾਵਾਂਗੇ। ਓਕੇ, ਇਸ ਦੇ ਲਈ ਇਹਨਾਂ ਨੂੰ ਅਵਾਰਡ ਮਿਲਿਆ। ਦੈਨ ਇਸ ਤੋਂ ਬਾਅਦ ਗੱਲ ਕਰ ਰਹੇ ਹਾਂ ਰਿਧਿਮਾ ਦੀ। ਤਾਂ ਇਹ ਵੀ ਇੱਕ ਕਲਾਈਮੇਟ ਚੇਂਜ ਦੇ ਲਈ ਕਾਫੀ ਜ਼ਿਆਦਾ ਐਫਰਟਸ ਕਰਦੇ ਰਹਿੰਦੇ ਆ। ਇਹਨਾਂ ਦੇ ਐਫਰਟਸ ਦੇ ਲਈ ਹੀ ਇਹਨਾਂ ਨੂੰ ਇਸ ਵਾਰ ਅਵਾਰਡ ਦਿੱਤਾ ਗਿਆ। ਓਕੇ, ਆਲ ਰਾਈਟ। ਇਸ ਦੇ ਨਾਲ ਨਾਲ ਜਿਹੜੇ ਵਿਦਯੁਤ ਜੀ ਹੈਗੇ ਆ ਇਹਨਾਂ ਨੂੰ ਇੱਕ ਹੋਰ ਅਵਾਰਡ ਮਿਲਿਆ ਹੋਇਆ, ਕਿਹੜੇ ਵਾਲਾ? ਅਰਥ ਸ਼ੋਟ ਪ੍ਰਾਈਜ਼, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਪੂਰਾ ਨਾਮ ਹੈ ਇਹਨਾਂ ਦਾ ਵਿਦਯੁਤ ਮੋਹਨ। ਓਕੇ, ਆਲ ਰਾਈਟ। ਫਿਰ ਇਹ ਜੋ ਅਵਾਰਡ ਹੈ ਇਹ ਹਰ ਇੱਕ ਸਾਲ ਦਿੱਤਾ ਜਾਂਦਾ ਆ। ਕਿਹੜੀ ਫਾਊਂਡੇਸ਼ਨ ਇਸ ਅਵਾਰਡ ਨੂੰ ਦਿੰਦੀ ਹੈ? ਦੈਟ ਇਜ਼ ਹਾਰਮੋਨੀ ਫਾਊਂਡੇਸ਼ਨ, ਰਾਈਟ। ਓਕੇ, ਤੇ ਇਹ ਜੋ ਫਾਊਂਡੇਸ਼ਨ ਹੈ ਇਸ ਦੇ ਚੇਅਰਮੈਨ ਵੀ ਤੁਸੀਂ ਯਾਦ ਰੱਖ ਲੈਣਾ ਕੌਣ ਸੀਗੇ? ਡਾਕਟਰ ਅਬਰਾਹਮ ਮਥਾਈ, ਜਿਨ੍ਹਾਂ ਨੇ ਇਸ ਅਵਾਰਡ ਨੂੰ ਸਟਾਰਟ ਕੀਤਾ ਸੀ। ਓਕੇ, ਹੁਣ ਦੇਖ ਲੈਂਦੇ ਹਾਂ ਟੌਪ 5 ਅਵਾਰਡਸ ਨੂੰ। ਓਪੀ ਜਿੰਦਲ ਗਲੋਬਲ ਯੂਨੀਵਰਸਿਟੀ, ਇਸ ਨੂੰ ਡਿਜੀਟਲ ਇਨੋਵੇਸ਼ਨ ਆਫ ਦਾ ਈਅਰ ਅਵਾਰਡ ਮਿਲਿਆ ਕਿਉਂਕਿ ਇਹਨਾਂ ਨੇ ਇੱਕ ਐਪ ਲਿਆਂਦੀ ਹੈ ਜੋ ਕਿ ਬਿਲਕੁਲ ਫ੍ਰੀ ਦੇ ਵਿੱਚ ਹੋਏਗੀ, ਜੋ ਸਕੂਲਸ ਐਂਡ ਯੂਨੀਵਰਸਿਟੀਜ਼ ਨੂੰ ਆਪਣਾ ਡਾਟਾ ਮੈਨੇਜ ਕਰਨ ਦੇ ਵਿੱਚ ਹੈਲਪ ਕਰੇਗੀ। ਦਿਵਿਆ ਹੈਗੜੇ ਨੂੰ ਯੂਨਾਈਟਿਡ ਨੇਸ਼ਨ ਵਿਮਨਸ ਅਵਾਰਡ ਫॉर ਲੀਡਰਸ਼ਿਪ ਕਮਿਟਮੈਂਟ ਦਿੱਤਾ ਗਿਆ। ਅਵਨੀ ਲਖਾਰਾ ਜੋ ਕਿ ਇੱਕ ਪੈਰਾਲੰਪੀਅਨ ਹੈਗੇ ਨੇ, ਹੈ ਨਾ, ਗੇਮ ਕਿਹੜੀ ਇਹਨਾਂ ਦੀ? ਸ਼ੂਟਿੰਗ, ਰਾਈਟ। ਔਰ ਇਹ ਪਹਿਲੇ ਐਦਾਂ ਦੇ ਇੰਡੀਅਨ ਵਿਮਨ ਬਣੇ ਸੀ ਜਿਨ੍ਹਾਂ ਨੇ ਟੋਕੀਓ ਦੀ ਪੈਰਾਲੰਪਿਕਸ ਦੇ ਵਿੱਚ ਇੱਕੋ ਹੀ ਪੈਰਾਲੰਪਿਕਸ ਦੇ ਵਿੱਚ 2 ਮੈਡਲ ਹਾਸਿਲ ਕੀਤੇ। ਇੱਕ ਇਹਨਾਂ ਨੇ 50 ਮੀਟਰ ਦੇ ਵਿੱਚ ਕੀਤਾ ਸੀ ਔਰ ਇੱਕ 10 ਮੀਟਰ ਦੇ ਵਿੱਚ। ਓਕੇ, ਰਾਈਟ। ਇਹਨਾਂ ਨੂੰ ਫਿਰ ਬੈਸਟ ਫੀਮੇਲ ਡੈਬਿਟ ਦਾ ਅਵਾਰਡ ਮਿਲਿਆ 2021 ਦਾ, ਔਰ ਇਹ ਕਿੱਥੇ ਦਿੱਤਾ ਗਿਆ? ਪੈਰਾਲੰਪਿਕ ਸਪੋਰਟਸ ਅਵਾਰਡ ਦੇ ਵਿੱਚ। ਓਕੇ, ਲੂਇਸ ਹੈਮਿਲਟਨ ਨੂੰ ਨਾਈਟਹੁੱਡ ਦੀ ਉਪਾਧੀ ਦਿੱਤੀ ਗਈ ਹੈ ਜੀ ਲੰਡਨ ਵੱਲੋਂ। ਓਕੇ, ਔਰ ਹੁਣ ਇਹਨਾਂ ਨੂੰ ਫਿਰ ਟਾਈਟਲ ਕਿਹੜਾ ਮਿਲ ਗਿਆ ਆ? ਸਰ ਦਾ। ਦੈਨ ਔਰ ਇਹ ਕੌਣ ਹੈਗੇ ਆ? ਫਾਰਮੂਲਾ 1 ਦੇ ਡਰਾਈਵਰ। ਓਕੇ, ਦੈਨ ਜਿਮਨਾਸਟ ਸਾਈਮਨ ਬਾਈਲਸ ਜੋ ਨੇ ਇਹਨਾਂ ਨੂੰ 2021 ਦਾ ਐਥਲੀਟ ਆਫ ਦਾ ਈਅਰ ਚੁਣਿਆ ਗਿਆ ਬਾਏ ਟਾਈਮਜ਼ ਮੈਗਜ਼ੀਨ। ਓਕੇ, ਰਾਈਟ। ਨੈਕਸਟ ਕੁਐਸਚਨ ਹੈ, ਸੈਂਟਰਲ ਬੈਂਕ ਆਫ ਇੰਡੀਆ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਆ MSME ਨੂੰ ਲੈਂਡਿੰਗ ਦੇਣ ਦੇ ਲਈ, ਠੀਕ ਹੈ। ਤਾਂ ਇਹ ਪੁੱਛਿਆ ਜਾ ਰਿਹਾ ਹੈ ਇਹ ਐਗਰੀਮੈਂਟ ਕਿਸ ਦੇ ਨਾਲ ਸਾਈਨ ਕੀਤਾ ਗਿਆ? ਤਾਂ ਇਸ ਦਾ ਆਨਸਰ ਹੋ ਜਾਏਗਾ ਯੂ ਗਰੋ ਕੈਪੀਟਲ। ਓਕੇ, ਇਸ ਦੇ ਅਕੋਰਡਿੰਗ ਸੈਂਟਰਲ ਬੈਂਕ ਆਫ ਇੰਡੀਆ ਐਂਡ ਯੂ ਗਰੋ ਜੋ ਹੈ ਇਹ ਮਿਲ ਕੇ ਕੀ ਕਰਨ ਵਾਲੇ ਨੇ? ਇਹ ਮਿਲ ਕੇ ਮੀਡੀਅਮ ਸਮਾਲ ਐਂਡ ਮਾਈਕਰੋ ਐਂਟਰਪ੍ਰਾਈਜ਼ਸ ਨੂੰ 1000 ਕਰੋੜ ਦੀ ਅਮਾਉਂਟ ਡਿਸਬਰਸ ਕਰਨਗੇ। ਓਕੇ, ਔਰ ਇਸ ਦੇ ਵਿੱਚ ਜੋ ਯੂ ਗਰੋ ਦੇ ਵਿੱਚ ਹੀ MSME ਸੈਗਮੈਂਟ ਦੇ ਵਿੱਚ ਸ਼ਾਮਿਲ ਕੰਪਨੀਆਂ ਹੈ ਉਹਨਾਂ ਨੂੰ ਹੀ ਇਹ ਵਾਲਾ ਅਮਾਉਂਟ ਡਿਸਬਰਸ ਕੀਤਾ ਜਾਏਗਾ। ਇਸ ਦੇ ਵਿੱਚ ਕੁਝ ਇੰਪੋਰਟੈਂਟ ਆ ਜਾਣਗੀਆਂ। ਨੰਬਰ 1 ਪ੍ਰਥਮ, ਫਿਰ ਹੈ ਸੰਜੀਵਨੀ, ਦੈਨ ਗਰੋ MSME ਔਰ ਸਾਥੀ, ਠੀਕ ਹੈ। ਇਸ ਦੇ ਨਾਲ ਨਾਲ ਮਸ਼ੀਨਰੀ ਫਾਈਨੈਂਸਿੰਗ ਵੀ ਸ਼ਾਮਿਲ ਕੀਤੀ ਗਈ ਹੈ। ਓਕੇ, ਆਲ ਰਾਈਟ। ਹੁਣ ਅਸੀਂ ਇੱਥੇ ਗੱਲ ਕਰ ਰਹੇ ਹਾਂ ਸੈਂਟਰਲ ਬੈਂਕ ਆਫ ਇੰਡੀਆ ਦੀ। ਇਸ ਨੂੰ ਫਾਊਂਡ ਕੀਤਾ ਗਿਆ 21 December 1911 ਦੇ ਵਿੱਚ। ਹੈਡਕੁਆਟਰ ਮਿਲੇਗਾ ਮੁੰਬਈ, ਮਹਾਰਾਸ਼ਟਰ। MD ਐਂਡ CEO ਹੋ ਜਾਣਗੇ ਮਾਤਮ ਵੈਂਕਟਾ ਰਾਓ। ਓਕੇ, ਯੈਸ। ਹੁਣ ਇੱਥੇ ਦੇਖ ਲੈਂਦੇ ਹਾਂ ਟੌਪ 5 ਬੈਂਕਿੰਗ ਦੀਆਂ ਨਿਊਜ਼ ਨੂੰ। ਤਾਂ ਓਰੀਐਂਟਲ ਇੰਸ਼ੋਰੈਂਸ ਜੋ ਹੈ ਇਸ ਨੂੰ
ਪਬਲਿਕ ਸ਼ੇਅਰ ਹੋਲਡਰ ਬਣਾ ਦਿੱਤਾ ਗਿਆ ਐਕਸਿਸ ਬੈਂਕ ਦੇ ਵਿੱਚ। ਸਟੇਟ ਬੈਂਕ ਆਫ ਇੰਡੀਆ ਨੇ 100 ਕਰੋੜ ਦੇ ਸਟੇਕਸ ਲੈ ਲਏ ਹੈਗੇ ਆ JSW ਸੀਮੈਂਟ ਕੰਪਨੀ ਦੇ। RBI ਨੇ ਪੰਜਾਬ ਨੈਸ਼ਨਲ ਬੈਂਕ ਐਂਡ ICICI ਦੇ ਉੱਪਰ ਪੈਨਲਟੀ ਇੰਪੋਜ਼ ਕੀਤੀ ਹੈ ਕਿਉਂਕਿ ਇਹਨਾਂ ਨੇ ਜੋ ਰੈਗੂਲੇਟਰੀ ਕੰਪਲਾਇੰਸ ਹੁੰਦੇ ਆ ਉਹਨਾਂ ਦੇ ਵਿੱਚ ਡੈਫੀਸ਼ੀਐਂਸੀਜ਼ ਦਿਖਾਈਆਂ। ਓਕੇ, ਉਹਨਾਂ ਨੂੰ ਪ੍ਰੋਪਰ ਫੋਲੋ ਨਹੀਂ ਕੀਤਾ। ਦੈਨ ਐਕਸਿਸ ਬੈਂਕ ਜੋ ਹੈ ਇਸਨੇ ਸਵਿਫਟ ਦੇ ਨਾਲ ਡਿਜੀਟਲ ਬੈਂਕਿੰਗ ਦੇ ਲਈ ਟਾਈ ਅਪ ਕੀਤਾ ਆ। ਬੈਂਕ ਆਫ ਬਰੋਦਾ ਨੇ BOB ਵਰਲਡ ਵੇਵ ਨਾਮ ਦਾ ਇੱਕ ਸੋਲੂਸ਼ਨ ਲਿਆਂਦਾ ਆ ਫॉर ਡਿਜੀਟਲ ਬੈਂਕਿੰਗ ਐਜ਼ ਵੈਲ। ਕੁਐਸਚਨ ਨੰਬਰ 6, ਰਿਚਰਡ ਰੋਗਰਸ, ਇਹਨਾਂ ਦੀ ਹੁਣੇ ਡੈਥ ਹੋਈ ਹੈ। ਇਹ ਕਿਸ ਫੀਲਡ ਤੋਂ ਬਿਲੋਂਗ ਕਰਦੇ ਸੀ? ਤਾਂ ਹੀ ਵਾਜ਼ ਦਾ ਆਰਕੀਟੈਕਟ। ਇੰਨੇ ਜ਼ਿਆਦਾ ਇੰਪੋਰਟੈਂਟ ਪਰਸਨ ਨੇ, ਇਹ ਵਾਲਾ ਕੁਐਸਚਨ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਤੁਹਾਨੂੰ ਡੈਫੀਨੇਟਲੀ ਦੇਖਣ ਨੂੰ ਮਿਲਣ ਵਾਲਾ ਹੈ। ਓਕੇ, ਜਿਹੜੇ ਮਿਸਟਰ ਰਿਚਰਡ ਹੈਗੇ ਨੇ ਇਹ ਬ੍ਰਿਟਿਸ਼ ਇਟਾਲੀਅਨ ਆਰਕੀਟੈਕਟ ਨੇ। ਓਕੇ, ਔਰ ਇਹਨਾਂ ਨੂੰ 2007 ਦੇ ਵਿੱਚ ਇੱਕ ਹੋਰ ਵੀ ਰਿਨਾਊਂਡ ਪ੍ਰਾਈਜ਼ ਹੈ ਜੋ ਕਿ ਮਿਲ ਚੁੱਕਿਆ ਆ। ਠੀਕ ਹੈ, ਸੌਰੀ, ਇਹ ਹੈ ਰਿਟਜ਼ਗਰ। ਓਕੇ, ਔਰ ਇਸ ਪ੍ਰਾਈਜ਼ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਔਰ ਜਿਹੜਾ ਇਹ ਰਿਟਜ਼ਗਰ ਪ੍ਰਾਈਜ਼ ਹੁੰਦਾ ਆ ਇਹ ਆਰਕੀਟੈਕਚਰਸ ਨੂੰ ਮਿਲਦਾ ਆ ਔਰ ਬੋਲਿਆ ਜਾਂਦਾ ਹੈ ਕਿ ਇਹ ਨਾ ਆਰਕੀਟੈਕਚਰਸ ਦਾ ਨੋਬਲ ਪ੍ਰਾਈਜ਼ ਹੈ। ਓਕੇ, ਯਾਨੀ ਕਿ ਇੰਨੀ ਜ਼ਿਆਦਾ ਇਹਨੂੰ ਇੰਪੋਰਟੈਂਸ ਦਿੱਤੀ ਗਈ ਹੈ। ਔਰ ਜਿਹੜੇ ਰਿਚਰਡਸ ਹੈਗੇ ਆ ਇਹ ਜ਼ਿਆਦਾ ਇੰਪੋਰਟੈਂਟ ਕਿਉਂ ਹੈ? ਮੈਂ ਤੁਹਾਨੂੰ ਕਿਉਂ ਕਿਹਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਨਾਂ ਨੇ ਦੁਨੀਆ ਦੇ 3 ਵਰਲਡ ਟ੍ਰੇਡ ਜਿਹੜੇ ਸੈਂਟਰਸ ਹੈ ਇਹਨਾਂ ਦੀ ਆਰਕੀਟੈਕਚਰ ਨੂੰ ਅੰਜਾਮ ਦਿੱਤਾ ਸੀ। ਠੀਕ ਹੈ, ਕਿਹੜੇ? ਨਿਊਯਾਰਕ ਜੋ ਕਿ US ਦੇ ਵਿੱਚ ਹੈ, ਇੱਥੇ ਦਾ ਟ੍ਰੇਡ ਸੈਂਟਰ। ਦੈਨ ਪੋਂਪੀਡੋ, ਇਹ ਪੈਰਿਸ ਫਰਾਂਸ ਦੇ ਵਿੱਚ ਮਿਲੇਗਾ। ਆਫਟਰ ਦੈਟ ਮਿਲੀਨੀਅਮ ਡੋਮ, ਇਹ ਤੁਹਾਨੂੰ ਮਿਲੇਗਾ ਲੰਡਨ ਦੇ ਵਿੱਚ। ਠੀਕ ਹੈ, ਤਿੰਨੋਂ ਹੀ ਵਰਲਡ ਟ੍ਰੇਡ ਸੈਂਟਰ ਦੇ ਆਰਕੀਟੈਕਟ ਰਹੇ ਹੈ ਰਿਚਰਡ ਰੋਗਰਸ। ਓਕੇ, ਰਾਈਟ। ਹੁਣ ਅਸੀਂ ਇੱਥੇ ਗੱਲ ਕੀਤੀ ਸੀ ਇੱਕ ਪ੍ਰਾਈਜ਼ ਦੀ, ਕਿਹੜੇ ਵਾਲਾ? ਰਿਟਜ਼ਗਰ ਆਰਕੀਟੈਕਚਰ ਪ੍ਰਾਈਜ਼, ਹੈ ਨਾ। ਤਾਂ ਇਹਦੇ ਨਾਮ ਤੋਂ ਹੀ ਪਤਾ ਚੱਲ ਰਿਹਾ ਹੋਏਗਾ ਇਹ ਉਹ ਵਾਲੇ ਆਰਕੀਟੈਕਟਸ ਪਰਸਨਸ ਨੂੰ ਦਿੱਤਾ ਜਾਂਦਾ ਆ ਜਿਹੜੇ ਕਿ ਪੂਰੇ ਵਰਲਡ ਵਾਈਡ ਕੁਝ ਅੱਛਾ ਕੰਮ ਕਰਦੇ ਆ ਔਰ ਇਹ ਇੰਡੀਵਿਜੂਅਲੀ ਨਹੀਂ ਆਰਗੇਨਾਈਜੇਸ਼ਨਸ ਨੂੰ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਓਕੇ, ਪਹਿਲੀ ਵਾਰੀ ਇਹ ਅਵਾਰਡ 1979 ਦੇ ਵਿੱਚ ਦਿੱਤੇ ਗਏ ਸੀਗੇ ਐਂਡ ਇਸ ਨੂੰ ਸਪਾਂਸਰ ਕੌਣ ਕਰਦੀ ਹੈ? ਹਯਾਤ ਫਾਊਂਡੇਸ਼ਨ ਵੱਲੋਂ ਸਪਾਂਸਰ ਕੀਤਾ ਜਾਂਦਾ ਹੈ। ਓਕੇ, 5 ਕਰੰਟ ਹੁਣ ਆਪਾਂ ਓਬਿਚੁਰੀਜ਼ ਦੇਖ ਲੈਂਦੇ ਆ, ਯਾਨੀ ਕਿ ਹੁਣੇ ਕਿਹਨਾਂ ਦੀ ਡੈਥ ਹੋਈ ਹੈ। ਤਾਂ GT ਨਾਨਾਵਤੀ, ਇਹ ਫੋਰਮਰ ਸੁਪਰੀਮ ਕੋਰਟ ਜੱਜ ਹੈਗੇ ਆ ਜਿਨ੍ਹਾਂ ਦੀ ਡੈਥ ਹੋ ਗਈ ਹੈ। ਰਾਈਟ। ਦੈਨ ਵਰਲਡਸ ਓਲਡੈਸਟ ਕ੍ਰਿਕਟਰ ਐਲਿਨ ਐਸ਼, ਇਹਨਾਂ ਦੀ ਵੀ ਹੁਣੇ ਡੈਥ ਹੋਈ। ਜਰਨਲਿਸਟ ਵਿਨੋਦ ਦੁਆ ਐਕਸਪਾਇਰ ਹੋਏ ਹੈ। ਫੋਰਮਰ ਆਂਧਰਾ ਪ੍ਰਦੇਸ਼ CM ਕੋਨਿਜੇਤੀ ਰੋਸਿਆ, ਠੀਕ ਹੈ, ਇਹਨਾਂ ਦੀ ਵੀ ਡੈਥ ਹੋ ਗਈ ਹੈ। ਦੈਨ ਇੱਕ ਕੋਰੀਓਗ੍ਰਾਫਰ ਹੈਗੇ ਹੈ ਸ਼ਿਵਾ ਸ਼ੰਕਰ ਮਾਸਟਰ, ਇਹਨਾਂ ਨੂੰ ਨੈਸ਼ਨਲ ਅਵਾਰਡ ਮਿਲ ਚੁੱਕਿਆ ਹੈ ਔਰ ਹਾਲ ਹੀ ਦੇ ਵਿੱਚ ਇਹਨਾਂ ਦੀ ਵੀ ਡੈਥ ਹੋ ਗਈ ਹੈ। 7th ਕੁਐਸਚਨ, ਇੰਡੀਅਨ 에ਅਰ ਫੋਰਸ ਨੇ ਆਪਣਾ ਪਹਿਲਾ ਸਕੁਐਡਰਨ ਇਹਨੂੰ ਹੁਣੇ ਡਿਪਲੋਏ ਕੀਤਾ ਆ ਕਿਹੜੀ ਸਟੇਟ ਦੇ ਵਿੱਚ? ਤਾਂ ਇਹ ਸਟੇਟ ਹੋ ਜਾਏਗੀ ਪੰਜਾਬ। ਓਕੇ, ਰਾਈਟ। ਤਾਂ ਇੰਡੀਅਨ 에ਅਰ ਫੋਰਸ ਨੇ ਪੰਜਾਬ ਦੇ ਫਸਟ ਸਕੁਐਡਰਨ S-400 에ਅਰ ਡਿਫੈਂਸ ਮਿਜ਼ਾਈਲ ਸਿਸਟਮ ਨੂੰ ਵੈਸਟਰਨ ਪੰਜਾਬ ਦੇ ਵਿੱਚ ਡਿਪਲੋਏ ਕਰ ਦਿੱਤਾ ਆ। ਓਕੇ, ਆਲਰਾਈਟ। ਔਰ ਇਹ ਪਾਕਿਸਤਾਨ ਐਂਡ ਚਾਈਨਾ ਦੇ ਜਿਹੜੇ ਵੀ ਏਰੀਅਲ ਥ੍ਰੈਟ ਹੁੰਦੇ ਆ, ਏਰੀਅਲ ਥ੍ਰੈਟ ਮਤਲਬ ਜਿਹੜੇ ਹਵਾ ਦੇ ਵਿੱਚੋਂ ਦੀ ਇਹਨਾਂ ਨੇ ਹਮਲੇ ਕਰਨੇ ਆ। ਓਕੇ, ਇਹਨਾਂ ਦੇ ਉੱਪਰ ਪੂਰੀ ਤਰ੍ਹਾਂ ਨਜ਼ਰ ਰੱਖੇਗਾ। ਅਗਰ ਤੁਸੀਂ ਦੇਖੋਗੇ ਇਸ ਦੀ ਰੇਂਜ ਦੇ ਵਿੱਚ ਨਾ 400 ਕਿਲੋਮੀਟਰ ਤੱਕ ਦੇ ਜਿਹੜੇ ਏਅਰ ਥ੍ਰੈਟਸ ਹੈ ਉਹਨਾਂ ਨੂੰ ਕਵਰ ਕੀਤਾ ਜਾਏਗਾ। ਔਰ ਇਹ ਜੋ ਡੀਲ ਹੈ ਇੰਡੀਆ ਨੇ ਕਿਹੜੀ ਕੰਟਰੀ ਦੇ ਨਾਲ ਕੀਤੀ ਸੀਗੀ? ਰਸ਼ੀਆ ਦੇ ਨਾਲ। ਓਕੇ, ਰਾਈਟ। ਹੁਣ ਅਸੀਂ ਇੱਥੇ ਗੱਲ ਕਰ ਰਹੇ ਹਾਂ ਇੰਡੀਅਨ 에ਅਰ ਫੋਰਸ ਦੀ। ਠੀਕ ਹੈ, ਤਾਂ ਇੰਡੀਅਨ 에ਅਰ ਫੋਰਸ ਨੂੰ ਫਾਊਂਡ ਕੀਤਾ ਗਿਆ 8th of October 1932 ਨੂੰ। ਓਕੇ, ਬਟ ਐਟ ਦੈਟ ਟਾਈਮ ਇਸ ਦਾ ਨਾਮ ਇੰਡੀਅਨ 에ਅਰ ਫੋਰਸ ਨਹੀਂ ਹੁੰਦਾ ਸੀਗਾ ਬਿਕਾਜ਼ ਇੰਡੀਆ ਜੋ ਹੈ ਇੰਡੀਪੈਂਡੈਂਟ ਨਹੀਂ ਸੀ, ਹੈ ਨਾ। ਤਾਂ ਇਸ ਲਈ ਇਸ ਦਾ ਨਾਮ ਰੱਖਿਆ ਗਿਆ ਸੀ ਰਾਇਲ ਇੰਡੀਅਨ 에ਅਰ ਫੋਰਸ। ਓਕੇ, ਦੈਨ 1950 ਦੇ ਵਿੱਚ ਜਦੋਂ ਅਸੀਂ ਰਿਪਬਲਿਕ ਹੋਏ ਉਸ ਤੋਂ ਬਾਅਦ ਰਾਇਲ ਦਾ ਜੋ ਪ੍ਰੀਫਿਕਸ ਹੈ ਇਸ ਨੂੰ ਰਿਮੂਵ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਇਹ ਨਾਮ ਪੈ ਗਿਆ ਇੰਡੀਅਨ 에ਅਰ ਫੋਰਸ। ਓਕੇ, ਹੈੱਡਕੁਆਟਰ ਤੁਹਾਨੂੰ ਮਿਲੇਗਾ ਨਿਊ ਦਿੱਲੀ ਦੇ ਵਿੱਚ। ਚੀਫ ਆਫ 에ਅਰ ਸਟਾਫ ਇਹ ਹੈਗਾ ਵਿਵੇਕ ਰਾਮ ਚੌਧਰੀ। ਓਕੇ, ਦੈਨ ਇਸ ਦਾ ਮੋਟੋ ਹੈ ਟੱਚ ਦ ਸਕਾਈ ਵਿਦ ਗਲੋਰੀ, ਜਿਸ ਨੂੰ ਇਹਦੇ ਵਿੱਚ ਲਿਖਿਆ ਕਿੱਦਾਂ ਗਿਆ ਆ? ਨਭ ਸਪਰਸ਼ਮ ਦੀਪਤਮ। ਓਕੇ, ਔਰ ਇਹਨੂੰ ਭਗਵਤ ਗੀਤਾ ਦੇ ਵਿੱਚੋਂ ਦੀ ਲਿਆ ਗਿਆ। ਆਲਰਾਈਟ। ਓਕੇ, ਹੁਣ ਅਸੀਂ ਇੱਥੇ ਦੇਖ ਰਹੇ ਹਾਂ ਟੌਪ 5 ਡਿਫੈਂਸ ਨਿਊਜ਼ ਨੂੰ। ਤਾਂ ਇੰਡੀਆ ਨੇ ਸਕਸੈਸਫੁਲੀ ਟੈਸਟ ਫਾਇਰ ਕੀਤਾ ਸਰਫੇਸ ਟੂ ਸਰਫੇਸ ਮਿਜ਼ਾਈਲ ਜਿਸ ਦਾ ਨਾਮ ਹੈ ਪ੍ਰਲੇ। ਓਕੇ,
इस नूं ओडिशा के कोस्ट तो APJ अब्दुल कलाम आइलैंड तो किया गया टेस्ट फायर। ओके, इंडिया ने सक्सैसफुली टेस्ट फायर किया अग्नि P मिसाइल नूं। दैन डिफेंस मिनिस्टर राजनाथ सिंह ने स्वर्णिम विजय पर्व इसनूं इनोग्रेट किया। और ये पर्व क्यों मनाया गया? क्योंकि 1971 दे विच जिहड़ी साडी वॉर हुई सी उस दे विच इंडिया ने विक्ट्री हासिल की सी और उसके पूरे 50 साल पूरे होए, इसे नूं कमैमोरेट करन दे लई ये वाला जो पर्व है मनाया गया। ओके, DRDO ने एयर वर्जन ब्रह्मोस सुपरसोनिक क्रूज मिसाइल का इसनूं हुणे टेस्ट फायर किया। दक्षिण शक्ति नाम की जो मिलिटरी एक्सरसाइज है ये साडी आर्मी एंड एयरफोर्स के विचकार हुई, किहड़ी जगह ते? जैसलमेर दे विच। 8th क्वेश्चन है, कदों नेशन कंज्यूमर राइट्स डे ऑब्जर्व किया गया? राइट, तो इसका आंसर है जी 24 दिसंबर। ओके, और हर साल ही नैशनल कंज्यूमर राइट्स डे 24 दिसंबर नूं ही सैलीब्रेट करते हैं। इस दिन की होया सी 1986 दे विच कंज्यूमर प्रोटैक्शन एक्ट 1986 नूं प्रेसिडेंट की SN मिल गई सी और इस तो बाद फिर यह फोर्स दे विच आया सी। ओके, ऑलराइट, इस डे नूं जो सैलीब्रेट करने का मेन एम की हुंदा है, ये कंज्यूमर्स नूं सेफ गार्ड्स प्रोवाइड करते हैं, जिद्दां कि अगर सानू कोई डिफेक्टिव गुड्स दिंदा है, ठीक है, असीं उसदे अगेंस्ट कंप्लेंट कर सकते हैं। अनफेयर ट्रेड प्रैक्टिसिस तो सानू ये बचाता है। दैन सर्विसिज नूं भी सही ढंग दे नाल दिलवान दे विच साडी हेल्प करता है। ओके, इत्थे असीं गल कर रहे हैं जी कंज्यूमर प्रोटैक्शन एक्ट दी। राइट, और साडे इंडिया दे विच ना इस एक्ट दे अंडर 6 बेसिक राइट है जो कि कंज्यूमर्स नूं दिते गए ने। पहली चीज़, साडा राइट है कि असीं प्रोडक्ट नूं चूज कर सकीए, ठीक है, प्रोडक्ट नूं चूज करन दा राइट। दूसरा राइट है हर एक प्रोडक्ट की क्वालिटी एंड परफॉर्मेंस के बारे दे विच जानन दा सानू हक होएगा। तीसरा है जेकर कंज्यूमर राइट वायलेट हुंदे है तां इहदे लई रिड्रेसल लै सकदे हां असीं। फोर्थ है कंज्यूमर इंटरस्ट के लिए जो भी डिसीजनस ले जाने हैं उन्हां नूं असीं जान सकीए, उन्हां नूं जानन दा साडा हक है। दैन इस तो बाद है जी कंज्यूमर एजुकेशन के बारे दे विच भी असीं जान सकते हैं। ओके, लास्ट आ जाएगा हर तरह दियां हजार्डस गुड्स जो है इहदे तो साडी प्रोटैक्शन भी यही करता है। ओके, राइट, इत्थे असीं हुण गल कर रहे सी नैशनल कंज्यूमर राइट्स की, है ना, तां ये तां मनाया जाता है जी डे 24 दिसंबर नूं, बट तुसीं कन्फ्यूज नहीं होना, एक वर्ल्ड कंज्यूमर राइट्स डे भी हुंदा है। ठीक है, काम दोनों का सेम ही है बट ये वर्ल्ड लैवल ते है और ये इंडिया लैवल ते है। ठीक है, तो फिर वर्ल्ड लैवल ते किहड़े दिन मनाया जाता है? इसनूं हर साल 15 मार्च नूं सैलीब्रेट किया जाता है। ओके, राइट, हुण देख लेने 5 इंपॉर्टेंट डेज जिन्होंने हुणे हुणे सैलीब्रेट किया गया। 23 दिसंबर नूं इंडियन नैशनल फार्मर्स डे मनाया गया। ये तुसीं याद रखना बहुत इंपॉर्टेंट रहूगा बिकॉज इस टाइम एग्रीकल्चर एंड फार्मर बहुत ज़्यादा न्यूज़ विच ने। ओके, दैन 20 दिसंबर नूं इंटरनेशनल ह्यूमन सॉलीडेरिटी डे मनाया गया। 18 दिसंबर नूं नैशनल माइनॉरिटीज़ राइट्स डे मनाया गया। 15 दिसंबर इंटरनेशनल टी डे मनाया गया। 14 दिसंबर नूं नैशनल एनर्जी कंजरवेशन डे सैलीब्रेट किया गया। ओके, नेक्स्ट क्वेश्चन है विच असैम्बली यानी कि केड़ी असैम्बली ने एक बिल पास किया है? नाम है मोब वायलेंस एंड मोब लिंचिंग बिल, बहुत ही ज़्यादा इंपॉर्टेंट। ठीक है, एंड तो प्रिवेंट करने के लिए। ठीक है, तो ये तुसीं याद रखोगे ये असैम्बली हो जाएगी झारखंड। राइट, तो झारखंड की असैम्बली ने भीड़ के वलों की जाती जिहड़ी वायलेंस हुंदी है ना और लिंचिंग हुंदी है एंदे तो प्रिवेंट करने के लिए बिल पास किया। इसका फिर मेन एम की है जी? इन्हें बोलिया कि साडे सब दे कुछ कॉन्स्टिट्यूशनल राइट्स है ना, तो इन्हां नूं फिर यह की करनगे जी प्रोटैक्ट करनगे। एंड नंबर 2 ये झारखंड दे विच मोब वायलेंस, मोब यानी कि भीड़ हुंदी है, राइट, तो मोब वायलेंस नूं खत्म भी करना चाहते हैं। ओके, इनू पास करके हुण गवर्नर की मंजूरी के वास्ते इन्होंने सेंड भी कर दिता है। तो जदों एक बार यह नोटिफाई हो गया, राइट, तो उस तो बाद झारखंड जो है ना ये गिनिया चुनिया स्टेट्स के विच आ जाएगी जिन्हों ने इदां दे बिल बनाए ने। ठीक है, तो ये 4th स्टेट बन जाएगी। तो फिर पहलियां बाकी 3 स्टेट किहड़ियां? वेस्ट बंगाल है, राजस्थान है एंड मणिपुर है। ठीक है, चौथी फिर किहड़ी हो जाएगी? झारखंड। राइट, तो इस बिल दे विच की किया गया है कि मान लो कोई भी लोग मोब लिंचिंग दे विच इनवॉल्व होंदे ने, ठीक है, जिस दे विच कोई बुरी तरह इंजर हुंदा है या फिर किसी परसन की डैथ हो जाती है, राइट,
ਤਾਂ ਇਹਦੇ ਵਿੱਚ ਜਿਹੜੇ ਵੀ ਇਨਵੋਲਵ ਹੋਣਗੇ ਉਹਨਾਂ ਨੂੰ 3 ਸਾਲ ਦੀ ਜੇਲ੍ਹ ਹੋਏਗੀ। ਇਸ ਦੇ ਨਾਲ 25 ਲੱਖ ਰੁਪਏ ਦਾ ਫਾਈਨ ਵੀ ਉਹਨਾਂ ਦੇ ਉੱਪਰ ਇੰਪੋਜ਼ ਕੀਤਾ ਜਾਏਗਾ। ਰਾਈਟ, ਓਕੇ। ਇੱਥੇ ਅਸੀਂ ਗੱਲ ਕਰ ਰਹੇ ਸੀ ਝਾਰਖੰਡ ਦੀ, ਤਾਂ ਇਸ ਦੀ ਕੈਪੀਟਲ ਹੋ ਜਾਏਗੀ ਰਾਂਚੀ, ਸੀਐਮ ਰਹਿਣਗੇ हेमंत सोरेन ਐਂਡ ਗਵਰਨਰ ਹੋ ਜਾਣਗੇ ਮਿਸਟਰ रमेश बैस। ਰਾਈਟ, ਓਕੇ। ਹੁਣ ਅਸੀਂ ਇੱਥੇ ਦੇਖ ਲੈਂਦੇ ਹਾਂ ਝਾਰਖੰਡ ਦੀਆਂ ਟੌਪ 5 ਨਿਊਜ਼ ਨੂੰ। ਤਾਂ ਇੱਥੇ ਇੱਕ ਯੋਜਨਾ ਆਈ, ਨਾਮ ਹੈ ਕੁਸੁਮ ਯੋਜਨਾ। ਇਹ ਲਿਆਂਦੀ ਗਈ ਹੈ ਇੱਥੇ ਦੇ ਫਾਰਮਰਸ ਦੇ ਲਈ। ਓਕੇ, ਇਹਦੇ ਵਿੱਚ ਕੀ ਹੋਣਾ, ਇਸ ਦੇ ਅੰਡਰ ਜਿਹੜੇ ਇੱਥੇ ਦੇ ਫਾਰਮਰ ਹੋਣਗੇ ਉਹ ਸੋਲਰ એનર્ਜੀ ਦੇ ਨਾਲ ਇਲੈਕਟ੍ਰਿਸਿਟੀ ਨੂੰ ਪ੍ਰੋਡਿਊਸ ਕਰ ਸਕਦੇ ਆ। ਓਕੇ, ਔਰ ਫਿਰ ਉਸ ਨੂੰ JBVNL ਨੂੰ 3.09 ਰੁਪੀਸ ਪਰ ਯੂਨਿਟ ਦੇ ਉੱਪਰ ਰੇਟ ਦੇ ਉੱਪਰ ਵੇਚ ਸਕਦੇ ਨੇ। ਠੀਕ ਹੈ, ਓਕੇ। ਇਸ ਤੋਂ ਬਾਅਦ ਇੱਥੇ ਇੱਕ ਹੋਰ ਯੋਜਨਾ ਆਈ, ਲਾਈਟ ਹਾਊਸ ਸਕੀਮ। ਇਸ ਦੇ ਅੰਡਰ ਇਹਨਾਂ ਨੇ ਬੋਲਿਆ ਕਿ ਇੱਥੇ ਰਾਂਚੀ ਦੇ ਵਿੱਚ 1008 ਲਾਈਟ ਹਾਊਸ ਨੂੰ ਸੈਟਅਪ ਕੀਤਾ ਜਾਊਗਾ। ਦੈਨ ਇੱਥੇ ਦੇ ਟ੍ਰਾਈਬਲ ਫੋਟੋਗ੍ਰਾਫਰਸ ਹੈਗੇ ਆ ਝਾਰਖੰਡ ਦੇ, ਨਾਮ ਹੈ ਆਸ਼ੀਸ਼ ਬਿਰੂਲੀ। ਓਕੇ, ਇਹਨਾਂ ਨੂੰ ਇੱਕ ਅਵਾਰਡ ਦਿੱਤਾ ਗਿਆ। ਠੀਕ ਹੈ, ਇਹਨਾਂ ਨੂੰ ਸਰਵਾਈਵਲ ਇੰਟਰਨੈਸ਼ਨਲ 2021 ਦੇ ਕੈਲੰਡਰ ਦੇ ਲਈ ਚੁਣਿਆ ਗਿਆ ਆ। ਔਰ ਜਿਹੜੀ ਫੋਟੋ ਚੁਣੀ ਗਈ ਹੈ ਇਸ ਦੇ ਵਿੱਚ ਨਾ ਇੱਕ ਟ੍ਰਾਈਬਲ ਵਿਮਨ ਨੇ ਆਪਣੇ ਘਰ ਨੂੰ ਸਜਾਇਆ ਹੋਇਆ ਉਹ ਦਿਖਾਇਆ ਗਿਆ। ਰਾਈਟ, ਓਕੇ। ਨੈਕਸਟ ਦੇਖਦੇ ਹਾਂ ਜੀ। ਨੈਕਸਟ ਹੈ ਰਾਮਗढ़ डिस्ट्रिक्ट झारखंड ਦੇ ਵਿੱਚ ਹੈ। ਇਸ ਨੇ ਡੈਲਟਾ ਰੈਂਕਿੰਗ ਜੋ ਕਿ ਨੀਤੀ ਆਯੋਗ ਨੇ ਜਾਰੀ ਕੀਤੀ ਸੀ ਉਸ ਦੇ ਵਿੱਚ ਟੌਪ ਪੋਜੀਸ਼ਨ ਹਾਸਿਲ ਕੀਤੀ ਹੈ। ਦੈਨ ਸੁਪ੍ਰੀਤੀ ਜੋ ਹੈਗੀ ਹੈ ਇਹ ਪਹਿਲੇ ਫੀਮੇਲ ਬਣ ਗਏ ਝਾਰਖੰਡ ਦੇ ਜਿਨ੍ਹਾਂ ਨੇ ਕ੍ਰੋਸ ਕੰਟਰੀ ਰੇਸ ਦੇ ਵਿੱਚ 골ਡ ਮੈਡਲ ਹਾਸਿਲ ਕੀਤਾ ਹੈ। 10th क्वेश्चन है, किस स्टेट ने चलो मोबाइल ऐप लॉन्च की है किस दे लिए, बस ट्रैवलिंग दे लिए। तो ये स्टेट है जी महाराष्ट्र। महाराष्ट्र के टूरिज्म एंड इन्वायरमेंट मिनिस्टर आदित्य ठाकरे ने चलो मोबाइल ऐप एंड चलो स्मार्ट कार्ड्स ਨੂੰ लॉन्च किया है। ठीक है, और जी ये चलो मोबाइल ऐप है ये पैसेंजर्स ਨੂੰ ई-वॉलेट के थ्रू ऑनलाइन बस टिकट ਨੂੰ बाय करने ਦੇ ਵਿੱਚ हेल्प करेगी। और ਇਹਦੇ ਨਾਲ ਹੀ ਜਿਹੜੇ पैसेंजर्स है ਉਹਨਾਂ ਦੇ ਲਈ कंप्लेंट स्मार्ट कार्ड एंड न्यू फेयर स्कीम भी लॉन्च की गई। ठीक है, इस दे नाल फिर घरे बैठे बैठे आराम दे नाल बस टिकट्स नूं बुक किया जा सकेगा। ऑल राइट, हुण असीं इत्थे गल कर रहे हां महाराष्ट्र दी। कैपिटल हो जाएगी मुंबई, गवर्नर हैगे आ भगत सिंह कोश्यारी एंड सीएम हो जाएंगे मिस्टर उद्धव ठाकरे। ओके, टॉप 5 न्यूज़ देख लैंदे हां महाराष्ट्र दियां। तां ਇੱਥੇ पूरे वर्ल्ड ਦੀ सब तो लॉन्गेस्ट हाईवे इसनू डेवलप किया जा रहा है, कंस्ट्रक्ट किया जा रहा है, दिल्ली मुंबई एक्सप्रैसवे। राइट, ओके। और इत्थों ही साडे इंडिया की पहली ऑक्सीजन एक्सप्रैस ट्रेन चली। ठीक है, ये मुंबई तो विशाखापट्टनम तक चलाई गई सी। दैन महाराष्ट्र ने कोरोना फ्री विलेज कॉम्पीटिशन हुणे हुणे स्टार्ट किया ताकि पिंडां दे विच कोरोना के जिन्ने भी गाइडलाइंस है उन्होंने फॉलो करन दे विच यह सारिਆਂ ਨੂੰ जो है लाइक हुण देख लैंदे आ महाराष्ट्र ਦੀਆਂ टॉप 5 न्यूज़ ਨੂੰ। ਤਾਂ ਇੱਥੇ पूरे वर्ल्ड ਦਾ सब तो लॉन्गेस्ट हाईवे बनाया जा रहा है, दैट इज दिल्ली मुंबई एक्सप्रैसवे। और ਇੱਥੋਂ ही इंडिया की पहली ऑक्सीजन एक्सप्रैस ਨੂੰ चलाया गया मुंबई तो लैके विशाखापट्टनम तक। महाराष्ट्र ने हुणे हुणे कोरोना फ्री विलेज कॉम्पीटिशन स्टार्ट किया ताकि इत्थे दे जिहड़े पिंडां दे लोग है उन्हां नूं इह मोटिवेट कर सकन कि कोरोना दीयां जिन्नियां भी गाइडलाइंस है उन्हां नूं फॉलो करन। ठीक है, और इस दे विच टॉप 3 विलेजेस नूं चूज किया जाएगा। दैन ਇੱਥੇ ਦੀ यारवाड़ा जेल तो जेल टूरिज्म इनिशिएटिव स्टार्ट किया गया। ठीक है, इस दे अंडर की होएगा जिन्नियां भी साडियां हिस्टोरिकल जेल्स हैगियां, ठीक है, इन्हां नूं एज टूरिस्ट प्लेस जो है डेवलप किया जाना है। ओके, राइट। इस तो बाद महाराष्ट्र गवर्नमेंट ने एक नवा अवार्ड स्टार्ट किया है इंफॉर्मेशन टेक्नोलॉजी के लिए। ठीक है, नाम है राजीव गांधी अवार्ड फॉर एक्सीलेंस। राइट, ओके, दैट इज ऑल फॉर टुडे। अज का सैशन इत्थे ही ओवर हुंदा है। मैनूं उम्मीद है कि तुहानूं सैशन अच्छा लग्या होएगा। अगर अच्छा लग्या होए तां लाइक एंड शेयर करना। थैंक यू सो मच। एंड यस, अज तो एक तुहाडे लई MCQs की सीरीज़ आ रही है। ठीक है, और उस दे विच असीं जो साडा मेन टारगेट रहूगा वो रहेगा कि पंजाब गवर्नमेंट दे विच हुणे हुणे SST दे मास्टर केडर दीयां वैकेंसीज आईयां आ। राइट, और उसी दे लई ही असीं पॉलिटी एंड हिस्ट्री दे MCQs नूं डिस्कस करांगे। राइट, जिस दे विच असीं ल्यूसन नूं कवर कर लांगे, साडा पंजाब बुक नूं कवर कर लांगे, है ना। दैन M लक्ष्मीकांत दा इत्थे तक दा जो स्टैंडर्ड रहेगा उसनूं कवर कर लांगे। ठीक है,
ਤਾਂ ਇਸ ਲਈ ਇਹਨਾਂ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਐਂਡ ਆਪਣਾ ਪਿਆਰ ਦੇਣਾ ਵਿਦ ਥੀਸ ਵਰਡਸ। ਥੈਂਕ ਯੂ ਸੋ ਮਚ, ਹੈਵ ਅ ਨਾਈਸ ਟਾਈਮ, ਬਾਏ ਬਾਏ।